ਹੈਲੋ ਫਰੈਂਡਸ, ਵੈਲਕਮ ਟੂ ਜਨ ਹਾਈਫਾਈ ਜੀਕੇ ਗੁਰੂ ਜੀ। ਅੱਜ ਦੀ ਕਲਾਸ ਵਿੱਚ ਆਪਾਂ ਚਾਰਟਰ ਅਧਿਨਿਯਮ 1813 ਈਸਵੀ ਬਾਰੇ ਚਰਚਾ ਕਰਾਂਗੇ। ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਜੋ ਪਿਛਲੀ ਕਲਾਸ ਵਿੱਚ ਪੜ੍ਹਿਆ ਸੀ 1793 ਦਾ ਚਾਰਟਰ ਕਾਨੂੰਨ, ਇਹਦੇ ਬਾਰੇ ਪਹਿਲਾਂ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ ਦੇਖਾਂਗੇ, ਜਿਹਦੇ ਨਾਲ ਕੀ ਹੈ ਤੁਹਾਡੀ ਰਿਵੀਜ਼ਨ भी हो जाएगी, प्लस ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਤੁਹਾਨੂੰ ਸਮਝਣ ਲਈ ਆਸਾਨ ਹੋ ਜਾਊਗਾ। ਠੀਕ ਹੈ, ਤਾਂ ਆਪਾਂ ਦੇਖਦੇ ਹਾਂ 1793 ਦੇ ਚਾਰਟਰ ਕਾਨੂੰਨ ਦੀਆਂ ਕੀ ਵਿਸ਼ੇਸ਼ਤਾਵਾਂ ਸੀਗੀਆਂ, ਜੋ ਕਿ ਆਪਾਂ ਪਿਛਲੀ ਕਲਾਸ ਵਿੱਚ ਵੀ ਪੜ੍ਹ ਚੁੱਕੇ ਹਾਂ। ਇਹਦੀ ਜੇ ਪਹਿਲੀ ਵਿਸ਼ੇਸ਼ਤਾ ਦੀ ਗੱਲ ਕਰੀ ਤਾਂ ਕੀ ਸੀ 1793 ਦੇ ਚਾਰਟਰ ਕਾਨੂੰਨ ਦੀ, ਤਾਂ ਇਹਦੇ ਨਾਲ ਕੀ ਸੀ ਜਿਹੜਾ BOC ਸੀਗਾ, ਬੋਰਡ ਆਫ ਕੰਟਰੋਲ, ਜਿਹੜਾ ਕਿ ਭਾਰਤ ਦੇ ਰਾਜਨੀਤਿਕ ਕੰਮ ਦੇਖਦਾ ਸੀ। ਇਹਦੇ ਕਰਮਚਾਰੀਆਂ ਦਾ ਜਿਹੜਾ ਖਰਚਾ ਉਹ ਕਿੱਥੋਂ ਦੇਣ ਦਾ ਪ੍ਰਾਵਧਾਨ ਕੀਤਾ ਗਿਆ, ਭਾਰਤੀ ਰਾਜ ਸਭਾ ਵਿੱਚੋਂ। ਹੁਣ ਆਪਾਂ ਦੂਜੀ ਵਿਸ਼ੇਸ਼ਤਾ ਦੀ ਗੱਲ ਕਰੀ ਤਾਂ ਕੀ ਸੀ ਕਿ ਆਪਾਂ ਦੇਖਿਆ ਸੀ 1786 ਵਿੱਚ 1786 ਦੇ ਅਧਿਨਿਯਮ ਦੇ ਨਾਲ ਕੀ ਸੀ ਕਿ ਜਿਹੜੇ ਲਾਰਡ ਕਾਰਨਵਾਲਿਸ ਨੂੰ ਜਦੋਂ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ, ਤਾਂ ਉਹਨੇ ਕੀ ਸੀ ਨਿਯੁਕਤ ਹੋਣ ਤੋਂ ਪਹਿਲਾਂ ਆਪਣੇ ਲਈ ਜੋ ਸ਼ਕਤੀਆਂ ਮੰਗੀਆਂ ਸੀ ਉਹ ਕੀ ਸੀ 1793 ਦੇ ਚਾਰਟਰ ਕਾਨੂੰਨ ਨਾਲ ਜਿਹੜੇ ਭਵਿੱਖ ਦੇ ਗਵਰਨਰ ਜਨਰਲ ਸੀਗੇ ਆਉਣ ਵਾਲੇ, ਉਹਨਾਂ ਤੱਕ ਵੀ ਉਹਨਾਂ ਨੂੰ ਜਾਰੀ ਕਰ ਦਿੱਤਾ ਗਿਆ ਸੀ। ਤੀਜੀ ਗੱਲ ਦੀ ਗੱਲ ਕਰੀ ਤਾਂ ਕੀ ਸੀ ਕਿ ਜਿਹੜਾ ਚੀਫ ਇਨ ਕਮਾਂਡਰ ਸੀਗਾ, ਪਹਿਲਾਂ ਕੀ ਸੀ ਜਿਹੜਾ ਚੀਫ ਇਨ ਕਮਾਂਡਰ ਆ ਉਹ ਗਵਰਨਰ ਜਨਰਲ ਦੀ ਪਰਿਸ਼ਦ ਦੇ ਮੈਂਬਰਾਂ ਵਿੱਚੋਂ ਹੀ ਚੁਣਿਆ ਜਾਂਦਾ ਸੀ। ਇਹਦੇ ਨਾਲ ਕੀ ਸੀ 1793 ਦੇ ਚਾਰਟਰ ਕਾਨੂੰਨ ਨਾਲ ਇਹ ਵਿਵਸਥਾ ਖਤਮ ਕਰ ਦਿੱਤੀ ਗਈ। ਜਿਹੜਾ ਚੀਫ ਇਨ ਕਮਾਂਡਰ ਆ ਉਹ ਕੋਈ ਜ਼ਰੂਰੀ ਨਹੀਂ ਕਿ ਗਵਰਨਰ ਦੀ ਕੌਂਸਲ ਦਾ ਹੀ ਮੈਂਬਰ ਹੋਵੇ। ਅਤੇ ਚੌਥੀ ਵਿਸ਼ੇਸ਼ਤਾ ਦੀ ਗੱਲ ਕਰੀ ਤਾਂ ਕੀ ਸੀ ਕਿ ਇਹਦੇ ਨਾਲ ਜਿਹੜਾ ਕੰਪਨੀ ਦਾ ਵਪਾਰ ਦਾ ਏਕਾਧਿਕਾਰ ਉਹ 20 ਸਾਲਾਂ ਲਈ ਵਧਾ ਦਿੱਤਾ ਗਿਆ ਸੀ, ਯਾਨੀ ਕਿ 1793 ਤੋਂ ਲੈ ਕੇ 1813 ਤੱਕ ਕਰ ਦਿੱਤਾ ਗਿਆ ਸੀ। ਇਸ ਲਈ ਬਾਅਦ ਵਿੱਚ ਆਇਆ ਸੀ ਚਾਰਟਰ ਅਧਿਨਿਯਮ 1813। ਹੁਣ ਆਪਾਂ ਦੇਖਦੇ ਹਾਂ ਇਹਦੀਆਂ ਕੀ ਵਿਸ਼ੇਸ਼ਤਾਵਾਂ ਸੀਗੀਆਂ। ਇਸ ਅਧਿਨਿਯਮ ਦੁਆਰਾ ਕੰਪਨੀ ਦੇ ਅਧਿਕਾਰ ਪੱਤਰ ਨੂੰ 20 ਸਾਲਾਂ ਲਈ ਵਧਾ ਦਿੱਤਾ ਗਿਆ। ਆਪਾਂ ਪਹਿਲਾਂ ਵੀ ਦੇਖਿਆ ਕਿ 1793 ਵਿੱਚ ਸੀਗਾ 20 ਸਾਲਾਂ ਲਈ ਵਧਾ ਦਿੱਤਾ ਸੀ। ਕਦੋਂ ਪੂਰਾ ਹੋਇਆ 1813 ਵਿੱਚ। ਫਿਰ ਕੀ ਸੀ 1813 ਦੇ ਐਕਟ ਵਿੱਚ ਕਿਹਾ ਗਿਆ ਜਿਹੜਾ ਕੰਪਨੀ ਦਾ ਅਧਿਕਾਰ ਖੇਤਰ ਹੈ ਉਹਨੂੰ 20 ਸਾਲਾਂ ਲਈ ਹੋਰ ਵਧਾ ਦਿੱਤਾ ਜਾਵੇ, ਯਾਨੀ ਕਦੋਂ ਤੱਕ 1833 ਤੱਕ ਵਧਾ ਦਿੱਤਾ ਗਿਆ ਸੀਗਾ। ਅੱਗੇ ਦੇਖਦੇ ਹਨ ਕੰਪਨੀ ਦੇ ਭਾਰਤ ਨਾਲ ਵਪਾਰ ਕਰਨ ਦੇ ਏਕਾਧਿਕਾਰ ਨੂੰ ਸਮਾਪਤ ਕਰ ਦਿੱਤਾ ਗਿਆ। ਕੀ ਸੀ ਜਿਹੜਾ ਹੁਣ ਪਹਿਲਾਂ ਦੇਖਿਆ ਸੀ ਇਹਨਾਂ ਨੂੰ ਏਕਾਧਿਕਾਰ ਪ੍ਰਾਪਤ ਸੀਗਾ ਇਸ ਤੋਂ ਪਹਿਲਾਂ ਤੱਕ ਦੇ ਐਕਟ ਦਾ, ਕਿ 1813 ਵਿੱਚ ਕੀ ਸੀ ਜਿਹੜਾ ਇਹਦਾ ਏਕਾਧਿਕਾਰ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਏਕਾਧਿਕਾਰ ਖਤਮ ਕਰਨ ਨਾਲ ਕੀ ਹੋਇਆ ਕਿ ਜਿਹੜੇ ਬ੍ਰਿਟੇਨ ਦੀਆਂ ਹੋਰ ਕੰਪਨੀਆਂ ਉਹਨਾਂ ਨੂੰ ਭਾਰਤ ਆਉਣ ਦਾ ਮੌਕਾ ਮਿਲਿਆ। ਜੇ ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਏਕਾਧਿਕਾਰ ਹੈ ਕੰਪਨੀ ਦਾ ਕਿਉਂ ਖਤਮ ਕੀਤਾ ਗਿਆ, ਤਾਂ ਇਹਦੇ ਪਿੱਛੇ ਕਈ ਮੁੱਖ ਕਾਰਨ ਸੀਗੇ। ਜੇ ਆਪਾਂ ਉਹਨਾਂ ਮੁੱਖ ਕਾਰਨਾਂ ਦੀ ਗੱਲ ਕਰੀਏ ਤਾਂ ਜਿਹੜਾ ਪਹਿਲਾ ਮੁੱਖ ਕਾਰਨ ਕੀ ਸੀਗਾ ਕਿ ਫਰਾਂਸ ਦਾ ਜਿਹੜਾ ਨੈਪੋਲੀਅਨ ਸੀਗਾ, ਠੀਕ ਹੈ, ਉਹ ਕੀ ਸੀ ਜਿਹੜਾ ਬ੍ਰਿਟੇਨ ਸੀਗਾ ਉਹਦੇ ਉੱਪਰ ਕੀ ਸੀ ਕਬਜ਼ਾ ਕਰਨਾ ਚਾਹੁੰਦਾ ਸੀ। ਜਿਹੜਾ ਫਰਾਂਸ ਦਾ ਨੈਪੋਲੀਅਨ ਉਹਨੇ ਆਪ ਦੇ ਆਸ-ਪਾਸ ਦੇ ਜਿਹੜੇ ਵੀ ਦੇਸ਼ ਸੀ ਉਹਨਾਂ ਉੱਪਰ ਕੀ ਸੀ ਕਬਜ਼ਾ ਕਰ ਲਿਆ ਸੀ, ਤਾਂ ਉਹ ਚਾਹੁੰਦਾ ਸੀ ਕਿ ਬ੍ਰਿਟੇਨ 'ਤੇ ਵੀ ਕਬਜ਼ਾ ਕਰਾਂ, ਪਰ ਉਹ ਕਬਜ਼ਾ ਕਰ ਨਹੀਂ ਸਕਿਆ ਕਿਉਂਕਿ ਜਿਹੜੀ ਬ੍ਰਿਟੇਨ ਦੀ ਜਲ ਸੈਨਾ ਸੀਗੀ ਉਹ ਕਾਫੀ ਸ਼ਕਤੀਸ਼ਾਲੀ ਸੀਗੀ, ਜਿਹਦੇ ਕਰਕੇ ਕੀ ਆ ਫਰਾਂਸ ਦੇ ਨੈਪੋਲੀਅਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਕੀ ਸੀ ਕਿ ਉਹਨੇ ਇਸ ਨੂੰ ਨੁਕਸਾਨ ਕਰਨ ਲਈ ਜਾਂ ਕਹਿ ਦਈਏ ਕਿ ਇਹਨਾਂ ਨੂੰ ਕਮਜ਼ੋਰ ਕਰਨ ਲਈ ਕੀ ਸੀ ਬ੍ਰਿਟੇਨ ਦੇ ਜਿਹੜੇ ਵਪਾਰ ਨੂੰ ਬੰਦ ਕਰਨ ਲਈ ਆਰਥਿਕ ਪ੍ਰਤੀਬੰਧ ਲਵਾਤਾ ਸੀਗਾ। ਕਿ ਹੁਣ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਬ੍ਰਿਟੇਨ ਦੇ ਵਪਾਰੀ ਉਹ ਯੂਰੋਪੀਅਨ ਦੇਸ਼ਾਂ ਨਾਲ ਉਹਨਾਂ ਦਾ ਵਪਾਰ ਕਰਨਾ ਜਿਹੜਾ ਉਹ ਬੰਦ ਹੋ ਗਿਆ ਸੀਗਾ। ਫਿਰ ਇਹਨਾਂ ਨੂੰ ਜਿਹੜੇ ਪਹਿਲਾਂ ਜਿਹੜੇ ਯੂਰੋਪ ਨਾਲ ਵਪਾਰ ਕਰਦੇ ਸੀ ਵਪਾਰੀ, ਇਹਨਾਂ ਨੂੰ ਪਤਾ ਸੀ ਕਿ 1813 ਵਿੱਚ ਜਿਹੜਾ ਈਸਟ ਇੰਡੀਆ ਕੰਪਨੀ ਦਾ ਏਕਾਧਿਕਾਰ ਜਿਹੜਾ ਅਧਿਕਾਰ ਆ ਉਹ ਕੀ ਸੀ ਚੇਂਜ ਹੋਊਗਾ, ਨਵਾਂ ਐਕਟ ਪਾਸ ਹੋਊਗਾ, ਤਾਂ ਉਹ ਚਾਹੁੰਦੇ ਸੀ। ਫਿਰ ਇਹਨਾਂ ਨੇ ਰੌਲਾ ਪਾਇਆ ਕਿ ਸਾਨੂੰ ਵੀ ਭਾਰਤ ਨਾਲ ਵਪਾਰ ਕਰਨ ਦਾ ਅਧਿਕਾਰ ਦਿੱਤਾ ਜਾਵੇ। ਠੀਕ ਹੈ, ਇੱਕ ਤਾਂ ਇਹਦਾ ਇਹ ਕਾਰਨ ਸੀਗਾ। ਦੂਜਾ ਇਹਦੇ ਕਾਰਨ ਦੀ ਗੱਲ ਕਰੀਏ ਮੁੱਖ ਕਾਰਨ ਦੀ ਤਾਂ ਕੀ ਸੀ 1793 ਦੇ ਚਾਰਟਰ ਕਾਨੂੰਨ ਤੋਂ ਲੈ ਕੇ ਚਾਰਟਰ ਅਧਿਨਿਯਮ 1813 ਤੱਕ, 1793 ਤੋਂ ਲੈ ਕੇ 1813 ਤੱਕ 20 ਸਾਲਾਂ ਦੇ ਅੰਦਰ ਕਿ ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਕਾਫੀ ਖੇਤਰ ਉੱਪਰ ਕਬਜ਼ਾ ਕਰ ਲਿਆ ਸੀਗਾ। ਠੀਕ ਹੈ, ਇਹਦੇ ਅੰਦਰ ਮਰਾਠੇ ਵੀ ਆ ਗਏ ਸੀ, ਹੈਦਰਾਬਾਦ ਦਾ ਏਰੀਆ ਵੀ ਆ ਗਿਆ ਸੀ, ਕਰਨਾਟਕ ਦਾ ਵੀ ਆ ਗਿਆ ਸੀ, ਰਾਜਸਥਾਨ ਦੀਆਂ ਬਹੁਤ ਸਾਰੀਆਂ ਰਿਆਸਤਾਂ ਆ ਗਈਆਂ ਸੀ ਕਿ ਇਹਨਾਂ ਨੇ ਕਾਫੀ ਅਧਿਕਾਰ ਖੇਤਰ ਵਧਾ ਲਿਆ ਸੀ। ਅਤੇ ਜਿਹੜਾ ਬ੍ਰਿਟੇਨ ਦਾ ਰਾਜਾ ਸੀ ਉਹ ਵੀ ਚਾਹੁੰਦਾ ਸੀ ਕਿ ਈਸਟ ਇੰਡੀਆ ਕੰਪਨੀ 'ਤੇ ਕਿਸੇ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ। ਦੂਜਾ ਇਹਦਾ ਇਹ ਕਾਰਨ ਸੀ। ਤੀਜਾ ਇਹਦੇ ਕਾਰਨ ਕੀ ਸੀ ਕਿ ਜਿਹੜੀ ਕੰਪਨੀ ਵੀ ਯੁੱਧ ਕਰਕੇ, ਠੀਕ ਹੈ, ਜਦੋਂ ਅਧਿਕਾਰ ਖੇਤਰ ਕਾਫੀ ਖੇਤਰ ਉੱਤੇ ਜਦੋਂ ਅਧਿਕਾਰ ਹੈ ਕਾਫੀ ਖੇਤਰ ਉੱਪਰ ਕਰ ਲਿਆ ਸੀ, ਤਾਂ ਕੀ ਸੀ ਜਿਹੜੇ ਇਹਨਾਂ ਦਾ ਵੀ
ਕਾਫੀ ਇਕਨੋਮਿਕਸ ਲੋਸ ਹੋਇਆ ਸੀ। ਠੀਕ ਹੈ, ਇਹ ਵੀ ਥੋੜ੍ਹੀ ਕੰਪਨੀ ਘਾਟੇ ਵਿੱਚ ਚੱਲ ਗਈ ਸੀਗੀ ਕਿ ਇਹਦਾ ਤੀਜਾ ਕਾਰਨ ਸੀਗਾ। ਚੌਥੇ ਕਾਰਨ ਦੀ ਗੱਲ ਕਰੀਏ ਤਾਂ ਤੁਸੀਂ ਪੜ੍ਹਿਆ ਹੋਊਗਾ ਐਡਮ ਸਮਿਥ, ਜਿਹਨੂੰ ਕਿ ਅਰਥ ਸ਼ਾਸਤਰ ਦਾ ਪਿਤਾ ਵੀ ਕਹਿੰਦੇ ਆ। ਕੀ ਸੀ, ਉਹਨੇ ਵੀ ਕਿਹਾ ਸੀ ਕਿ ਜਿਹੜਾ ਬ੍ਰਿਟੇਨ ਦੇ ਵਪਾਰੀ ਆ ਉਹਨਾਂ ਨੂੰ ਭਾਰਤ ਨਾਲ ਵਪਾਰ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਈਸਟ ਇੰਡੀਆ ਕੰਪਨੀ ਦੇ ਅਧਿਕਾਰ ਪੱਤਰ ਨੂੰ ਜਿਹੜਾ ਏਕਾਧਿਕਾਰ ਹੈ, ਈਸਟ ਇੰਡੀਆ ਕੰਪਨੀ ਦਾ ਏਕਾਧਿਕਾਰ ਉਹਨੂੰ ਸਮਾਪਤ ਕੀਤਾ ਜਾਵੇ। ਠੀਕ ਹੈ, ਤਾਂ ਇਹ ਉਹਦੇ ਸੀਗੇ 4 ਉਹਦੇ ਮੁੱਖ ਕਾਰਨ। ਹੁਣ ਆਪਾਂ ਅੱਗੇ ਦੇਖਦੇ ਹਾਂ। ਪਰ ਕੰਪਨੀ ਦਾ ਚੀਨ ਦੇ ਨਾਲ ਵਪਾਰ ਅਤੇ ਚਾਹ ਦੇ ਵਪਾਰ ਦੇ ਏਕਾਧਿਕਾਰ ਬਰਕਰਾਰ ਰਹੇ। ਕੀ ਸੀ, ਫਿਰ ਉਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਖੁਸ਼ ਕਰਨ ਲਈ ਥੋੜ੍ਹਾ ਬਹੁਤ, ਠੀਕ ਹੈ, ਉਹਦੇ 2 ਵਪਾਰ ਦੇ ਏਕਾਧਿਕਾਰ ਬਰਕਰਾਰ ਰੱਖੇ। ਇੱਕ ਤਾਂ ਸੀ ਚੀਨ ਨਾਲ। ਹੁਣ ਇਹਦੇ ਨਾਲ ਕੀ ਹੋਇਆ ਕਿ ਬ੍ਰਿਟੇਨ ਦਾ ਕੋਈ ਵੀ ਵਪਾਰੀ ਜਾਂ ਕੰਪਨੀ ਈਸਟ ਇੰਡੀਆ ਕੰਪਨੀ ਤੋਂ ਇਲਾਵਾ ਚੀਨ ਨਾਲ ਵਪਾਰ ਕਿਸੇ ਵੀ ਪ੍ਰਕਾਰ ਦਾ ਨਹੀਂ ਕਰ ਸਕਦੀ ਸੀ। ਦੂਜਾ ਸੀ ਚਾਹ ਦਾ ਵਪਾਰ। ਇਹਦੇ 'ਚ ਕੀ ਸੀ ਕਿ ਈਸਟ ਇੰਡੀਆ ਕੰਪਨੀ ਤੋਂ ਬਿਨਾਂ ਨਾ ਤਾਂ ਕੋਈ ਹੋਰ ਕੰਪਨੀ ਨਾ ਕੋਈ ਹੋਰ ਕਰਮਚਾਰੀ ਜਿਹੜਾ ਚਾਹ ਦਾ ਵਪਾਰ ਕਰ ਸਕਦਾ ਸੀਗਾ। ਠੀਕ ਹੈ, ਕੰਪਨੀ ਨੂੰ ਕੀ ਸੀ, ਖੁਸ਼ ਕਰਨ ਲਈ ਇਹਨਾਂ ਨੇ 2 ਅਧਿਕਾਰ ਉਹਦੇ ਬਣਾਏ ਰੱਖੇ ਸੀਗੇ। ਅੱਗੇ ਦੇਖਦੇ ਹਾਂ। ਕੁਝ ਸੀਮਾਵਾਂ ਦੇ ਅੰਤਰਗਤ ਭਾਰਤ ਨਾਲ ਵਪਾਰ ਕਰਨ ਲਈ ਸਾਰੇ ਬ੍ਰਿਟਿਸ਼ ਵਾਸੀਆਂ ਨੂੰ ਮੁਕਤ ਵਪਾਰ ਕਰਨ ਦੀ ਅਨੁਮਤੀ ਦੇ ਦਿੱਤੀ ਗਈ। ਕੀ ਸੀ, ਜਦੋਂ ਹੁਣ ਏਕਾਧਿਕਾਰ ਖਤਮ ਕਰ ਦਿੱਤਾ ਗਿਆ ਤਾਂ ਕੀ ਸੀ, ਬਹੁਤ ਸਾਰੇ ਵਪਾਰੀ ਭਾਰਤ ਵਿੱਚ ਵਪਾਰ ਕਰਨ ਲਈ ਆਏ। ਕਿਹੜਾ ਵਪਾਰ ਕਰਨ ਲਈ ਉਹਨਾਂ ਨੂੰ ਦਿੱਤੀ ਗਈ? ਮੁਕਤ ਵਪਾਰ ਕਰਨ ਲਈ। ਠੀਕ ਹੈ, ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ। ਤਾਂ ਜਿਹੜਾ ਇਹਨਾਂ ਨੂੰ ਕਹਿ ਦਈਏ ਆਪਾਂ ਕਿ ਜਦੋਂ ਭਾਰਤ ਆਉਂਦੇ ਸੀ ਤਾਂ ਇਹਨਾਂ ਨੂੰ ਆਉਣ ਤੋਂ ਪਹਿਲਾਂ ਕੀ ਸੀ, ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਸੀ, ਜਾਂ ਕਹਿ ਦਈਏ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਸੀ। ਇਹਨਾਂ ਨੂੰ ਜਿਹੜੇ ਵਪਾਰੀ ਸੀ ਹੋਰ, ਉਹਨਾਂ ਨੂੰ ਪਰਮਿਸ਼ਨ ਕੌਣ ਦਿੰਦਾ ਸੀ? COD, ਕੋਰਟ ਆਫ ਡਾਇਰੈਕਟਰ। ਠੀਕ ਹੈ, ਜੇ ਕੋਰਟ ਆਫ ਡਾਇਰੈਕਟਰ ਹੋਰ ਕਰਮਚਾਰੀਆਂ ਜਾਂ ਕੰਪਨੀਆਂ ਨੂੰ ਵਪਾਰ ਕਰਨ ਦੀ ਅਨੁਮਤੀ ਨਹੀਂ ਦਿੰਦਾ ਸੀ ਤਾਂ ਕੀ ਸੀ, ਬੋਰਡ ਆਫ ਕੰਟਰੋਲ। ਠੀਕ ਹੈ, ਉਸ ਤੋਂ ਵੀ ਉਹ ਪਰਮਿਸ਼ਨ ਲੈ ਕੇ ਜਾਂ ਲਾਇਸੈਂਸ ਲੈ ਕੇ ਭਾਰਤ ਨਾਲ ਵਪਾਰ ਕਰ ਸਕਦੇ ਸੀਗੇ। ਅੱਗੇ ਹੈ ਇਸ ਕਾਨੂੰਨ ਨੇ ਭਾਰਤ ਵਿੱਚ ਕੰਪਨੀ ਸ਼ਾਸਿਤ ਖੇਤਰਾਂ ਦੇ ਬ੍ਰਿਟੇਨ ਦੀ ਰਾਜਾ ਦੀ ਪ੍ਰਭੂਸੱਤਾ ਨੂੰ ਸਥਾਪਿਤ ਕੀਤਾ। ਕਿਹੜੇ ਖੇਤਰਾਂ ਵਿੱਚ? ਜਿਹੜੇ ਈਸਟ ਇੰਡੀਆ ਕੰਪਨੀ ਦੇ ਅੰਡਰ ਖੇਤਰ ਸੀ ਉੱਥੇ ਕੀ ਸੀ, ਰਾਜਾ ਦੀ ਪ੍ਰਭੂਸੱਤਾ ਨੂੰ ਸਥਾਪਿਤ ਕੀਤਾ ਗਿਆ। ਇਹਦੇ ਵਿੱਚ ਦਿਖਾਇਆ ਗਿਆ ਕਿ ਰਾਜੇ ਦੀ ਸ਼ਕਤੀ ਨੂੰ ਪ੍ਰਦਰਸ਼ਨ ਕੀਤਾ ਗਿਆ। ਕਿ ਹੁਣ ਆਪਾਂ ਗੱਲ ਕਰੀਏ ਕਿ ਪ੍ਰਭੂਸੱਤਾ ਕਿਵੇਂ ਦਿਖੀ ਸੀ, ਕਿ ਆਪਾਂ ਦੇਖਿਆ ਸੀ ਜਿਹੜਾ ਏਕਾਧਿਕਾਰ ਉਹ ਖਤਮ ਕਰਤਾ। ਤਾਂ ਪਾਵਰ ਕਿਹਦੇ ਕੋਲੇ ਸੀ ਏਕਾਧਿਕਾਰ ਖਤਮ ਕਰਨ ਦੀ? ਉਹ ਸੀਗੀ ਬ੍ਰਿਟੇਨ ਦੇ ਕਰਾਊਨ ਕੋਲ। ਇਸ ਕਰਕੇ ਹੀ ਕਿਹਾ ਗਿਆ ਕਿ ਰਾਜਾ ਦੀ ਪ੍ਰਭੂਸੱਤਾ ਨੂੰ ਸਥਾਪਿਤ ਕੀਤਾ ਗਿਆ। ਜੇ ਪ੍ਰਭੂਸੱਤਾ ਦੀ ਗੱਲ ਕਰੀ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਕੋਈ ਵੀ ਰਾਜ ਹੈ ਜਾਂ ਰਾਜ ਦਾ ਮੁਖੀ ਹੈ, ਠੀਕ ਹੈ, ਉਹ ਦੇਸ਼ ਦੇ ਆਂਤਰਿਕ ਅਤੇ ਜਿਹੜੇ ਬਾਹਰਲੇ ਮਾਮਲੇ ਉਹਨਾਂ ਦਾ ਫੈਸਲਾ ਕਰਨ ਲਈ ਸੁਤੰਤਰ ਹੈ। ਅੱਗੇ ਦੇਖਦੇ ਹੁਣ ਆਪਾਂ। ਇਸ ਕਾਨੂੰਨ ਨੇ ਭਾਰਤ ਦੇ ਬ੍ਰਿਟਿਸ਼ ਇਲਾਕਿਆਂ ਦੇ ਨਿਵਾਸੀਆਂ ਵਿੱਚ ਪੱਛਮੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਦੀ ਵਿਵਸਥਾ ਕੀਤੀ ਸੀ। ਕਿਹੜੇ ਐਕਟ ਨਾਲ ਕੀ ਸੀ? 1813 ਦੇ ਚਾਰਟਰ ਕਾਨੂੰਨ ਵਿੱਚ ਜਿਹੜੇ ਯੂਰਪ ਵਿੱਚ ਐਜੂਕੇਸ਼ਨ ਸਿਸਟਮ ਸੀਗਾ ਉਹ ਭਾਰਤ ਵਿੱਚ ਉਹਦੇ ਪ੍ਰਚਾਰ ਪ੍ਰਸਾਰ ਕਰਨ ਦੀ ਪਰਮਿਸ਼ਨ ਮਿਲ ਗਈ ਸੀਗੀ। ਅੱਗੇ ਦੇਖਦੇ ਹਨ। ਈਸਾਈ ਮਿਸ਼ਨਰੀਆਂ ਨੂੰ ਭਾਰਤ ਵਿੱਚ ਈਸਾਈ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਦੀ ਅਨੁਮਤੀ ਦਿੱਤੀ ਗਈ। ਕੀ ਸੀ? 1813 ਵਿੱਚ ਕੀ ਜਿਹੜੇ ਈਸਾਈ ਮਿਸ਼ਨਰੀ ਸੀ ਉਹਨਾਂ ਨੂੰ ਭਾਰਤ ਵਿੱਚ ਈਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਨੇ, ਅਤੇ ਨਾਲ ਹੀ ਕੀ ਬਹੁਤ ਸਾਰੀਆਂ ਜਿਹੜੀਆਂ ਚਰਚ ਸੀ ਉਹਨਾਂ ਦੀ ਸਥਾਪਨਾ ਕੀਤੀ। ਅਤੇ ਇਹਨਾਂ ਨੇ ਜਿਹੜੀ ਪਹਿਲੀ ਚਰਚ ਸੀਗੀ ਉਹ ਕਲਕੱਤਾ ਵਿਖੇ ਖੋਲ੍ਹੀ ਸੀਗੀ। ਹੁਣ ਆਪਾਂ ਅੱਗੇ ਦੇਖਦੇ ਹਾਂ। ਭਾਰਤ ਵਿੱਚ ਸਿੱਖਿਆ ਲਈ ਹਰ ਸਾਲ 1 ਲੱਖ ਰੁਪਏ ਖਰਚ ਕਰਨ ਦਾ ਵੀ ਪ੍ਰਬੰਧ ਕੀਤਾ ਹੈ। ਹਾਂਜੀ, ਇਹ ਬਹੁਤ ਹੀ ਇੰਪੋਰਟੈਂਟ ਹੈ। ਤੁਹਾਡੇ ਤੋਂ ਪੁੱਛ ਸਕਦੇ ਆ ਕਿ ਪਹਿਲੀ ਵਾਰ ਸਿੱਖਿਆ ਲਈ ਕਿੰਨੇ ਰੁਪਏ ਦਾ, ਜਾਂ ਭਾਰਤ ਵਿੱਚ ਸਿੱਖਿਆ ਲਈ ਕਦੋਂ 1 ਲੱਖ ਰੁਪਏ ਖਰਚ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ? 1813 ਦੇ ਚਾਰਟਰ ਕਾਨੂੰਨ ਦੇ ਨਾਲ ਕੀਤਾ ਗਿਆ ਸੀ, ਜਾਂ 1813 ਈਸਵੀ ਵਿੱਚ। ਅੱਗੇ ਦੇਖਦੇ ਹਾਂ ਹੁਣ ਆਪਾਂ। ਇਸ ਅਧਿਨਿਯਮ ਦੁਆਰਾ ਪਹਿਲੀ ਵਾਰ ਭਾਰਤ ਵਿੱਚ ਬ੍ਰਿਟਿਸ਼ ਖੇਤਰ ਦੀ ਸੰਵਿਧਾਨਕ ਸਥਿਤੀ ਨੂੰ ਸਪਸ਼ਟ ਕੀਤਾ ਗਿਆ। ਕੀ ਸੀ? ਜਿਹੜਾ ਹੁਣ ਐਕਟ ਪਾਸ ਕੀਤਾ ਸੀ ਉਹ ਕਿਹਨੇ ਕੀਤਾ ਸੀ? ਬ੍ਰਿਟਿਸ਼ ਸਰਕਾਰ ਨੇ ਜਾਂ ਬ੍ਰਿਟਿਸ਼ ਸੰਸਦ ਨੇ। ਤਾਂ ਉਹਦੇ ਨਾਲ ਕੀ ਸੀ? ਬ੍ਰਿਟਿਸ਼ ਸੰਸਦ ਦੇ ਐਕਟ ਨਾਲ ਹੀ ਕੀ ਸੀ, ਜਿਹੜਾ ਕੰਪਨੀ ਦਾ ਏਕਾਧਿਕਾਰ ਉਹ ਖਤਮ ਕਰ ਦਿੱਤਾ ਗਿਆ। ਤਾਂ ਕੀ ਹੋਇਆ? ਪਹਿਲੀ ਵਾਰ ਕੀ ਸੀ, ਬ੍ਰਿਟਿਸ਼ ਖੇਤਰ ਦੀ ਜਿਹੜੀ ਸੰਵਿਧਾਨਕ ਸਥਿਤੀ ਉਹ ਸਪਸ਼ਟ ਹੋ ਗਈ ਸੀਗੀ। ਠੀਕ ਹੈ, ਕਿ ਹੁਣ ਕਿਹਦੇ ਅੰਡਰ ਹੀ ਕੰਪਨੀ ਕੰਮ ਕਰੂਗੀ? ਬ੍ਰਿਟਿਸ਼ ਸੰਸਦ ਦੇ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਦੇ ਅੰਡਰ ਹੀ ਈਸਟ ਇੰਡੀਆ ਕੰਪਨੀ ਕੰਮ ਕਰ ਸਕਦੀ ਆ। ਅੱਗੇ ਹੈ। ਇਸ ਕਾਨੂੰਨ ਨੇ ਭਾਰਤ ਵਿੱਚ ਸਥਾਨਕ ਸਰਕਾਰਾਂ ਨੂੰ ਵਿਅਕਤੀ 'ਤੇ ਕਰ ਲਗਾਉਣ ਲਈ ਅਧਿਕਾਰਤ ਕੀਤਾ।
ਕੀ ਸੀ ਹੁਣ ਜਿਹੜਾ ਕਰ ਸੀਗਾ ਇਹ ਕਰ ਕੌਣ ਲਵਾ ਸਕਦਾ ਸੀਗਾ? ਈਸਟ ਇੰਡੀਆ ਕੰਪਨੀ ਜਿਹੜਾ ਕਰ ਲੈਣ ਦੀ ਜ਼ਿੰਮੇਵਾਰੀ ਸੀਗੀ, ਜਿਹੜਾ ਇਹਦੇ ਅਧਿਕਾਰ ਸੀਗਾ ਇਹ ਵੀ ਕੰਪਨੀ ਦਾ ਬਰਕਰਾਰ ਰਿਹਾ ਸੀਗਾ। ਜਿਹੜੇ ਕਰ ਇਕੱਠਾ ਕਰਦੇ ਸੀ, ਰਾਜਸਵ ਸੀਗੇ, ਵਸੂਲੀ ਨਾਲ ਜੁੜੇ ਮਾਮਲੇ, ਇਹ ਕੌਣ ਦੇਖਦੀ ਸੀ? ਈਸਟ ਇੰਡੀਆ ਕੰਪਨੀ। ਠੀਕ ਹੈ, ਇਹਦੇ ਨਾਲ ਕੀ ਸੀ, ਇਹਨੂੰ ਪਰਮਿਸ਼ਨ ਮਿਲ ਗਈ ਕਿਸੇ ਵਿਅਕਤੀ 'ਤੇ, ਜਿਵੇਂ ਆਪਾਂ ਹੁਣ ਵੀ ਦੇਖਦੇ ਹਾਂ, ਜਿਵੇਂ ਇਨਕਮ ਟੈਕਸ ਭਰਦੇ ਹਾਂ। ਠੀਕ ਹੈ, ਇਹ ਜਿਹੜੀ ਆਪਾਂ ਕਹਿੰਦੇ ਵਿਵਸਥਾ ਸੀ ਇਹ ਕਦੋਂ ਕੀਤੀ ਗਈ ਸੀ ਭਾਰਤ ਵਿੱਚ? ਇਹ ਕੀਤੀ ਸੀ 1813 ਦੇ ਐਕਟ ਨਾਲ। ਕੀ ਸੀ? ਵਿਅਕਤੀਆਂ 'ਤੇ ਕਰ ਲਾਉਣ ਦਾ ਉਹਨਾਂ ਨੂੰ ਓਫੀਸ਼ੀਅਲ ਪਰਮਿਸ਼ਨ ਮਿਲ ਗਈ ਸੀ ਉਹਨਾਂ ਨੂੰ। ਅੱਗੇ ਹੈ ਕਰ ਭੁਗਤਾਨ ਨਹੀਂ ਕਰਨ 'ਤੇ ਦੰਡ ਦੀ ਵੀ ਵਿਵਸਥਾ ਕੀਤੀ ਗਈ, ਜੋ ਕਿ ਆਪਾਂ ਅੱਜ ਵੀ ਦੇਖਦੇ ਹਾਂ ਕਿ ਜਿਹੜੇ ਟੈਕਸ ਨਹੀਂ ਭਰਦੇ ਉਹਨਾਂ 'ਤੇ ਜਾਂ ਤਾਂ ਜੁਰਮਾਨਾ ਲਾਇਆ ਜਾਂਦਾ ਜਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਠੀਕ ਹੈ, ਤੁਸੀਂ ਯਾਦ ਕਰਨਾ ਕਿ ਕਰ ਭੁਗਤਾਨ ਨਹੀਂ ਕਰਨ ਦੰਡ ਦੀ ਵਿਵਸਥਾ ਕਦੋਂ ਕੀਤੀ ਗਈ ਸੀਗੀ? 1813 ਦੇ ਚਾਰਟਰ ਕਾਨੂੰਨ ਨਾਲ। ਠੀਕ ਹੈ, ਇਸ ਦੇ ਨਾਲ ਜਿਹੜੀ ਆਪਣੀ ਅੱਜ ਦੀ ਇਹ ਕਲਾਸ ਖਤਮ ਹੁੰਦੀ ਹੈ। ਉਮੀਦ ਕਰਦਾ ਤੁਹਾਨੂੰ ਸਮਝ ਆਈ ਹੋਊਗੀ। ਜੇ ਤੁਹਾਨੂੰ ਕਲਾਸ ਵਧੀਆ ਲੱਗੀ, ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ।